My dear students of 7th class, today I'm going to describe the poem An Earthquake. As I lay wide awake, my bed began to shake. Was my fear real or fake? The trembling fan confirmed the quake. The houses came crashing down. Oh my God, cried the whole town. ਕਵਿਤਰੀ ਜਿਵੇਂ ਜਿਹੜਾ ਬੰਦਾ ਜੇ ਕੋਈ ਵਿਅਕਤੀ ਪੁਰਸ਼ ਜਾਂ ਆਦਮੀ ਕੋਈ ਕਵਿਤਾ ਲਿਖਦਾ ਉਹਨੂੰ ਕਵੀ ਕਹਿੰਦੇ ਆ। ਜਿਹੜੀ ਕੋਈ ਇਸਤਰੀ ਕਵਿਤਾ ਲਿਖਦੀ ਉਹਨੂੰ ਕਵਿਤਰੀ ਕਹਿੰਦੇ ਆ। ਕਵਿਤਰੀ ਆਪਣੇ ਪਲੰਘ 'ਤੇ ਲੇਟੀ ਹੋਈ ਸੀ ਜਦੋਂ ਪਲੰਘ ਹਿੱਲਣ ਲੱਗ ਪਿਆ। ਉਹ ਸੋਚ ਰਹੀ ਸੀ ਕਿ ਉਸ ਦਾ ਡਰ ਸੱਚਾ ਹੈ ਜਾਂ ਉਸ ਨੂੰ ਸਿਰਫ ਵਹਿਮ ਹੀ ਹੋਇਆ ਹੈ, ਪਰ ਹਿਲਦੇ ਹੋਏ ਪੱਖੇ ਨੇ ਭੂਚਾਲ ਦੀ ਪੁਸ਼ਟੀ ਕਰ ਦਿੱਤੀ। ਮਕਾਨ ਹੇਠਾਂ ਡਿੱਗ ਪਏ। ਸਾਰੇ ਸ਼ਹਿਰ ਵਿੱਚ ਹੇ ਭਗਵਾਨ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। A moment ago the town stood tall, now fragmented on the ground. It crawls, turned to rubble, changed into debris. Houses, road, parks and trees. People out of their cozy homes, some of which have now become tombs. ਇੱਕ ਪਲ ਪਹਿਲਾਂ ਇੱਕ ਸ਼ਹਿਰ ਖੜਾ ਹੋਇਆ ਸੀ। ਹੁਣ ਉਹ ਟੁਕੜੇ ਟੁਕੜੇ ਹੋਇਆ ਜ਼ਮੀਨ ਉੱਤੇ ਡਿੱਗਿਆ ਪਿਆ ਸੀ। ਮਕਾਨ, ਸੜਕਾਂ, ਪਾਰਕ ਅਤੇ ਰੁੱਖ ਮਲਬੇ ਦੇ ਢੇਰ ਵਿੱਚ ਬਦਲ ਗਏ ਸਨ। ਹਰ ਜਗ੍ਹਾ ਹਰ ਚੀਜ਼ ਜ਼ਮੀਨ ਨਾਲ ਲੱਗ ਗਈ ਸੀ। ਲੋਕ ਆਪਣੇ ਆਰਾਮਦਾਇਕ ਘਰਾਂ ਵਿੱਚੋਂ ਬਾਹਰ ਆ ਗਏ ਸਨ, ਜਿਨ੍ਹਾਂ ਵਿੱਚੋਂ ਕੁਝ ਮਕਬਰੇ ਬਣ ਗਏ ਸਨ। ਸੋ ਬੱਚਿਓ, ਇਹ ਆ ਪੋਇਮ ਅਰਥਕਵੇਕ। ਕੁਛ ਇੰਪੋਰਟੈਂਟ ਵਰਡ ਜਿਹੜੇ ਹੈਗੇ ਉਹ ਕਰਦੇ ਹਾਂ ਆਪਾਂ। ਇਹਨਾਂ ਦੀ ਟਰਾਂਸਲੇਸ਼ਨ ਕਰ ਲਈ ਆ ਵੀ ਪੈਰੇ ਦੀ ਲਾਈਨਾਂ ਦੀ ਕੀ ਟਰਾਂਸਲੇਸ਼ਨ ਹੈਗੀ ਆ, ਉਹਨੂੰ ਸਮਝ ਲਿਆ ਆ ਵੀ ਭੂਚਾਲ ਆਇਆ ਸੀ ਅਤੇ ਕਵਿਤਰੀ ਜਿਹੜੀ ਉਹ ਲੇਟੀ ਹੋਈ ਸੀ ਪਲੰਘ 'ਤੇ। ਉਹਨੂੰ ਕਿਵੇਂ ਪਤਾ ਲੱਗਾ? ਜਦੋਂ ਪੱਖਾ ਹਿੱਲਣ ਲੱਗ ਪਿਆ, ਫਿਰ ਉਹਨੂੰ ਅੰਦਾਜ਼ਾ ਲੱਗ ਗਿਆ ਵੀ ਭੂਚਾਲ ਆਇਆ। ਕੁਛ ਪਲਾਂ ਦੇ ਵਿੱਚ ਹੀ ਸਾਰਾ ਜਿਹੜਾ ਸ਼ਹਿਰ ਸੀਗਾ ਉਹ ਮਲੀਆ ਮੇਟ ਹੋ ਗਿਆ, ਡਿੱਗ ਪਿਆ। ਬਹੁਤ ਸਾਰੇ ਲੋਕਾਂ ਦੇ ਘਰ ਤਬਾਹ ਹੋ ਗਏ, ਮਕਬਰਿਆਂ 'ਚ ਬਦਲ ਗਏ। ਤਾਂ ਇਹ ਭੂਚਾਲ ਦੇ ਬਾਰੇ ਪੋਇਮ ਸੀ। ਕੁਛ ਵਰਡ ਦੇਖਦੇ ਹਾਂ। ਦੇਖੋ ਕਿ ਐਜ਼ ਆਈ ਲੇ ਮਤਲਬ ਲੇਟੇ ਹੋਣਾ, ਵਾਈਡ ਅਵੇਕ ਮਤਲਬ ਜਾਗਦੇ, ਮਤਲਬ ਲੇਟੀ ਹੋਈ ਸੀ ਉਹ ਪਰ ਜਾਗਦੀ ਸੀ। ਮਾਈ ਬੈਡ ਬਿਗੇਨ ਮਤਲਬ ਸ਼ੁਰੂ ਹੋਣਾ, ਸ਼ੁਰੂ ਹੋਇਆ। ਬਿਗਿਨ ਬਿਗਨ ਵਰਬ ਦੀਆਂ 3 ਫਾਰਮਸ ਨੇ। ਬਿਗਿਨ ਮਤਲਬ ਸ਼ੁਰੂ ਹੋਣਾ, ਬਿਗੇਨ ਮਤਲਬ ਸ਼ੁਰੂ ਹੋਇਆ। ਸ਼ੇਕ ਮਤਲਬ ਕੰਬਣਾ ਜਾਂ ਹਿੱਲਣਾ। ਫੀਅਰ ਡਰ, ਰੀਅਲ ਅਸਲੀ, ਫੇਕ ਝੂਠਾ। ਟਰੈਂਬਲ ਤੋਂ ਬਣਿਆ ਟਰੈਂਬਲਿੰਗ ਮਤਲਬ ਕੰਬਣਾ। ਫੈਨ, ਪੱਖਾ ਕੰਬਣ ਲੱਗ ਪਿਆ ਨਾ। ਕਨਫਰਮ ਦਾ ਕਨਫਰਮ ਮਤਲਬ ਕਿ ਯਕੀਨ ਦੇ ਦੇਣਾ, ਵਿਸ਼ਵਾਸ ਹੋ ਜਾਣਾ। ਕੁਇਕ ਮਤਲਬ ਅਰਥਕਵੇਕ ਜਾਂ ਭੂਚਾਲ ਦੀ ਗੱਲ ਕਰਦੇ ਆ। ਹਾਊਸਿਸ ਕੇਮ ਕ੍ਰੈਸ਼ਿੰਗ ਡਾਊਨ, ਕ੍ਰੈਸ਼ ਮਤਲਬ ਟੁੱਟ ਕੇ ਡਿੱਗਣਾ। ਠੀਕ ਹੈ। ਓ ਮਾਈ ਗੋਡ ਕਰਾਈਡ ਦਾ ਹੋਲ ਟਾਊਨ। ਇਹ ਮੂਵਮੈਂਟ ਹੁੰਦਾ ਪਲ, ਜਿਹਨੂੰ ਆਪਾਂ ਸੈਕਿੰਡ ਕਹਿੰਦੇ ਹਾਂ ਨਾ। ਟਾਊਨ ਕਸਬਾ ਜਾਂ ਛੋਟਾ ਸ਼ਹਿਰ। ਸਟੂਡ ਸੈਕਿੰਡ ਫਾਰਮ ਹੈ ਵਰਬ ਦੀ। ਸਟੈਂਡ ਫਸਟ ਹੈ, ਸਟੂਡ ਸੈਕਿੰਡ। ਸਟੈਂਡ ਸਟੂਡ ਮਤਲਬ ਖੜ੍ਹੇ ਹੋਣਾ, ਸਟੂਡ ਮਤਲਬ ਖੜ੍ਹੇ ਹੋਇਆ। ਟਾਲ ਮਤਲਬ ਲੰਬਾ। ਕੁਛ ਪਲ ਪਹਿਲਾਂ ਉੱਥੇ ਕਹਿੰਦੇ ਇੱਕ ਸ਼ਹਿਰ ਸੀ। ਨਾਓ ਫਰੈਗਮੈਂਟਡ ਹੁੰਦਾ ਟੁਕੜਿਆਂ ਵਿੱਚ ਵੰਡਿਆ ਗਿਆ, ਟੁੱਟ ਗਿਆ। ਕਰੋਲਸ ਮਤਲਬ ਜਿਵੇਂ ਕੋਈ ਗੋਡਿਆਂ ਦੇ ਭਾਰ ਤੁਰਦਾ ਜਾਂ ਰੀਂਗਦਾ ਹੈ ਨਾ, ਉਹਨੂੰ ਕਰੋਲਸ ਵਾਸਤੇ ਵਰਡ ਯੂਜ਼ ਕਰਦੇ। ਰੱਬਲ ਅਤੇ ਡੈਬਰਿਸ ਵਰਡ ਮਲਬੇ ਵਾਸਤੇ ਯੂਜ਼ ਕਰਦੇ ਹਾਂ। ਜਦੋਂ ਆਪਾਂ ਘਰ ਬਣਾਉਂਦੇ ਹਾਂ ਅਤੇ ਬਹੁਤ ਸਾਰਾ ਮਲਬਾ ਬਣ ਜਾਂਦਾ ਨਾ, ਇੱਕ ਸਾਈਡ 'ਤੇ ਰੱਖ ਦਿੰਦੇ ਉਹਨੂੰ ਮਲਬਾ। ਜਾਂ ਆਪਾਂ ਘਰ ਨੂੰ ਪੁਰਾਣੇ ਨੂੰ ਤੋੜਦੇ ਹਾਂ, ਉਹ ਮਲਬਾ, ਉਹਨੂੰ ਡੈਬਰਿਸ ਜਾਂ ਰੂਬਲ ਕਹਿੰਦੇ ਆ। ਹਾਊਸਿਸ, ਰੋਡਸ, ਪਾਰਕ, ਟਰੀ ਤੁਹਾਨੂੰ ਪਤਾ ਹੀ ਹੈ। ਪੀਪਲ ਆਊਟ ਆਫ ਦੇਅਰ ਕੋਜ਼ੀ ਹੁੰਦਾ ਆਰਾਮਦਾਇਕ, ਕਿਉਂਕਿ ਲੋਕ ਆਰਾਮ ਕਰ ਰਹੇ ਸੀ ਘਰਾਂ ਦੇ ਵਿੱਚ। ਵਧੀਆ ਘਰ ਬਣੇ ਸੀ, ਪਰ ਭੂਚਾਲ ਕਾਰਨ ਉਹ ਘਰੋਂ ਬਾਹਰ ਆ ਗਏ। ਸਮ ਆਫ ਵਿਚ ਹੈਵ ਨਾਓ ਬਿਕਮ ਟੋਮ ਹੁੰਦਾ ਮਕਬਰੇ ਕੀ ਹੁੰਦੇ? ਜਦੋਂ ਕੋਈ ਮਰ ਜਾਂਦਾ ਅਤੇ ਉਹਨੂੰ ਜ਼ਮੀਨ 'ਚ ਦਬਾ ਕੇ ਉੱਤੇ ਉਹਦੇ ਪੱਥਰ ਜੇ ਜਾਂ ਕੁਛ ਬਣਾ ਦਿੱਤਾ ਜਾਂਦਾ, ਉਹਨੂੰ ਟੋਮ ਕਿਹਾ ਜਾਂਦਾ। ਯਾਨੀ ਬਹੁਤ ਸਾਰੇ ਘਰ ਜਿਹੜੇ ਹੁਣ ਮਕਬਰਿਆਂ ਵਿੱਚ ਬਦਲ ਗਏ ਸੀ। ਸੋ ਟਰਾਂਸਲੇਸ਼ਨ ਵੀ ਕਰ ਲਈ, ਔਖੇ ਵਰਡ ਵੀ ਕਰ ਲਏ। ਹੁਣ ਆਪਾਂ ਅੱਗੇ ਇਹਦੀ
एक्सरसाइज करनी है। वोकैबुलरी एक्सपेंशन है। एक्टिविटी 2 आ, राइट 5 पेयर्स ऑफ राइमिंग वर्ड्स फ्रॉम द पोएम। ਰਾਈਮ ਵਰਡ ਹੁੰਦੇ ਜਿਹੜੇ ਇੱਕੋ ਜਿਹੀ ਆਵਾਜ਼ ਕੱਢਦੇ ਨਾ, ਜਿਵੇਂ ਅਵੇਕ, ਸ਼ੇਕ, ਫੇਕ, ਕੁਏਕ। ਇਹ ਦੇਖੋ ਇੱਕੋ ਆਵਾਜ਼ ਲਾਸਟ 'ਚ ਨਿਕਲਦੀ ਪਈ। ਡਾਊਨ ਟਾਊਨ, ਡੈਬਰੀਜ਼, ਟਰੀਜ਼, ਫਾਊਂਡ ਗਰਾਊਂਡ, ਹੋਮ, ਸਟੋਮਸ, ਇਹਨਾਂ ਦੇ ਪਿੱਛੇ ਲਾਸਟ ਵਿੱਚ ਆਵਾਜ਼ ਸੇਮ ਨਿਕਲਦੀ ਪਈ ਹੈ, ਇਸ ਕਰਕੇ ਇਹਨਾਂ ਨੂੰ ਰਾਈਮਿੰਗ ਵਰਡਸ ਕਹਿੰਦੇ ਆ। ਐਕਟੀਵਿਟੀ 3 ਹੈ, ਹੈਵ ਯੂ ਐਵਰ ਐਕਸਪੀਰੀਅੰਸਡ ਐਨ ਅਰਥਕਵੇਕ। ਕੀ ਤੁਸੀਂ ਅਰਥਕਵੇਕ ਜਾਂ ਭੂਚਾਲ ਤੁਹਾਨੂੰ ਮਹਿਸੂਸ ਹੋਇਆ? ਇਟ ਮੇ ਰਿਜ਼ਲਟ ਇਨ ਏ ਡਿਜ਼ਾਸਟਰ ਇਫ ਦ ਅਰਥਕਵੇਕ ਇਜ਼ ਬਿਗ। ਜੇ ਭੂਚਾਲ ਵੱਡਾ ਹੋਵੇ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ। ਦੇਰ ਆਰ 2 ਟਾਈਪਸ ਆਫ ਡਿਜ਼ਾਸਟਰਸ, 2 ਤਰ੍ਹਾਂ ਦੇ ਜਿਹੜੇ ਹੁੰਦੇ ਆ ਡਿਜ਼ਾਸਟਰ ਹੁੰਦੇ ਆ। ਇੱਕ ਨੈਚੁਰਲ ਹੁੰਦਾ, ਕੁਦਰਤੀ ਹੁੰਦਾ, ਇੱਕ ਮੈਨ ਮੇਡ, ਇੱਕ ਇਨਸਾਨ ਵੱਲੋਂ ਬਣਾਇਆ ਜਾਂਦਾ ਹੈ। ਠੀਕ ਹੈ, ਡਿਜ਼ਾਸਟਰ ਮਤਲਬ ਆਫਤ, ਜਿਵੇਂ ਆਪਾਂ ਕਹਿੰਦੇ ਹਾਂ ਵੀ ਆਫਤ ਆ ਗਈ ਆ, ਜੋ ਬਹੁਤ ਵੱਡੇ ਲੋਕ ਜਿਹਦੇ 'ਚ ਮਾਰੇ ਜਾਂਦੇ, ਗਿਣਤੀ ਦੇ ਵਿੱਚ ਬਹੁਤ ਸਾਰੀ ਪ੍ਰੋਪਰਟੀ ਤਬਾਹ ਹੁੰਦੀ ਹੈ, ਉਹਨੂੰ ਡਿਜ਼ਾਸਟਰ ਕਹਿੰਦੇ। ਸਟੱਡੀ ਦਾ ਇਮੇਜ ਔਨ ਦਾ ਨੈਕਸਟ ਪੇਜ। ਅਗਲੇ ਪੇਜ 'ਤੇ ਇੱਕ ਨਾ ਫੋਟੋ ਆ, ਉਹ ਆਪਾਂ ਦੇਖਣੀ ਆ। ਸਾਈਕਲੋਨਸ, ਲੈਂਡਸਲਾਈਡਸ, ਫਲੱਡਸ, ਡਰਾਟਸ, ਟੈਰੋਰਿਜ਼ਮਸ, bomb explosion, industrial accident, earthquakes, pollution, famine, epidemics, war। ਇਹ ਸਾਰੇ ਦੇ ਸਾਰੇ ਕੀ ਹੈ? ਡਿਜ਼ਾਸਟਰ ਆ। ਇਹਨਾਂ ਦੇ ਵਿੱਚ ਕੁਛ ਹੈਗੇ ਜਿਹੜੇ ਨੈਚੁਰਲ ਆ ਅਤੇ ਕੁਛ ਹੈ ਮੈਨ ਮੇਡ। ਨੈਚੁਰਲ ਮੀਨਸ ਕੁਦਰਤੀ, ਜੋ ਕੁਦਰਤੀ ਪਰਮਾਤਮਾ ਵੱਲੋਂ ਹੁੰਦੇ ਆ, ਅਤੇ ਮੈਨ ਮੇਡ ਜਿਹੜੇ ਇਨਸਾਨ ਕਰਦਾ ਆ। ਹੁਣ ਆਪਾਂ ਇਹਨਾਂ ਨੂੰ ਡਿਫਰੈਂਸ਼ੀਏਟ ਕਰਨਾ ਹੈ ਵੀ ਕਿਹੜੇ ਆ। ਲੁੱਕ ਐਟ ਦ ਪਿਕਚਰ ਅਬਵ ਐਂਡ ਮੇਕ ਦ ਲਿਸਟ ਆਫ ਆਲ ਨੈਚੁਰਲ ਐਜ਼ ਵੈਲ ਐਜ਼ ਮੈਨ ਮੇਡ ਡਿਜ਼ਾਸਟਰਸ। ਲਿਸਟ ਬਣਾਉਣੀ ਆਪਾਂ, ਨੈਚੁਰਲ ਦੀ ਵੱਖਰੀ ਬਣਾਤੀ ਹੈ, ਮੈਨ ਮੇਡ ਦੀ ਵੱਖਰੀ ਬਣਾਤੀ ਹੈ। ਕੁਦਰਤੀ ਆਫਤਾਂ ਕਿਹੜੀਆਂ ਹੈਗੀਆਂ? ਪਹਿਲੀ ਹੈਗੀ ਲੈਂਡਸਲਾਈਡ। ਲੈਂਡਸਲਾਈਡ ਮਤਲਬ ਜਿਵੇਂ ਪਹਾੜਾਂ ਦੇ ਉੱਤੇ ਜਿਹੜੀਆਂ ਪੱਥਰ ਉੱਥੋਂ ਥੱਲੇ ਡਿੱਗਣ ਲੱਗ ਪੈਂਦੇ, ਉਹਨੂੰ ਲੈਂਡਸਲਾਈਡ ਕਹਿੰਦੇ। ਫਲੱਡਸ, ਹੜ੍ਹ, ਜਦੋਂ ਦਰਿਆਵਾਂ ਦਾ ਪਾਣੀ ਉਹਦੇ ਕਿਨਾਰਿਆਂ ਨੂੰ ਤੋੜ ਕੇ ਖੇਤਾਂ 'ਚ, ਘਰਾਂ 'ਚ ਵੜਦਾ ਹੈ। ਡਰਾਟਸ ਅਤੇ ਫੈਮਾਈਨ, ਇਹ ਦੋਵੇਂ ਸੋਕੇ ਦੀਆਂ ਕਿਸਮਾਂ ਆ। ਸੋਕਾ ਕੀ? ਜਦੋਂ ਮੀਂਹ ਨਹੀਂ ਪੈਂਦਾ ਜਾਂ ਪਾਣੀ ਨਹੀਂ ਹੁੰਦਾ ਤਾਂ ਧਰਤੀ ਜਿਹੜੀ ਸੁੱਕ ਜਾਂਦੀ ਹੈ, ਫਸਲ ਜਿਹੜੀ ਉੱਤੇ ਬੀਜੀ ਸੁੱਕ ਜਾਂਦੀ ਹੈ, ਉਹਨੂੰ ਡਰਾਟ ਕਹਿੰਦੇ। ਅਰਥਕੁਏਕ ਪੜ੍ਹ ਲਿਆ ਆਪਾਂ, ਭੂਚਾਲ। ਸਾਈਕਲੋਨ ਕੀ ਹੁੰਦਾ? ਚੱਕਰਵਾਤ। ਇਹ ਉਦੋਂ ਆਉਂਦੇ ਜਦੋਂ ਮੀਂਹ ਪੈਂਦਾ ਹੁੰਦਾ, ਤੇਜ਼ ਹਨੇਰੀਆਂ ਆਉਂਦੀਆਂ, ਉਹ ਗੋਲਾ ਜਿਹਾ ਸਾਈਕਲ, ਜਿਵੇਂ ਸਾਈਕਲ ਨੂੰ ਚੱਕਰ ਜਿਹਾ ਚੱਲਦਾ ਜਿਹੜਾ, ਜਿਹਨੂੰ ਵਾਵਰੋਲਾ ਵੀ ਕਹਿ ਦਿੰਦੇ ਆਪਾਂ, ਉਹਨੂੰ ਸਾਈਕਲੋਨ ਕਹਿੰਦੇ। ਅੱਗੇ ਮੈਨ ਮੇਡ ਡਿਜ਼ਾਸਟਰਸ, ਜਿਹੜੇ ਇਨਸਾਨ ਵੱਲੋਂ ਬਣਾਏ ਗਏ। ਟੈਰਰਿਜ਼ਮ, ਆਤੰਕਵਾਦ, ਜਿਵੇਂ ਕੀ ਕਰਦੇ ਆ ਜਿਹੜੇ ਲੋਕ ਸਮਾਜ ਤੋਂ ਦੁਖੀ ਆ ਜਾਂ ਸਰਕਾਰ ਤੋਂ ਜਾਂ ਕਿਸੇ ਤੋਂ ਦੁਖੀ, ਉਹ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੰਦੇ ਆ, ਗੋਲੀਆਂ ਮਾਰ ਦਿੰਦੇ ਜਾਂ ਕੋਈ ਹੋਰ ਇੱਦਾਂ ਕਰਕੇ। ਬੰਬ ਐਕਸਪਲੋਜ਼ਨ, ਬੰਬ ਜਿਹੜੇ ਫਟਦੇ ਆ। ਇੰਡਸਟਰੀਅਲ ਐਕਸਪਲੋਜ਼ਨ, ਕਈ ਵਾਰੀ ਕੀ ਹੁੰਦਾ ਫੈਕਟਰੀ ਦੇ ਵਿੱਚ ਭੱਠੀਆਂ ਜਾਂ ਹੋਰ ਕੋਈ ਮਸ਼ੀਨ ਦੇ ਵਿੱਚ ਫਾਲਟ ਆ ਜਾਂਦਾ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਇਸ ਚੱਕਰ ਦੇ ਵਿੱਚ ਮਾਰੇ ਜਾਂਦੇ ਆ। ਪੋਲਿਊਸ਼ਨ ਜਿਹੜਾ ਆ, ਇਹ ਵੀ ਮੈਨ ਮੇਡ ਡਿਜ਼ਾਸਟਰ ਹੈ, ਜਿਹਦੇ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਅਤੇ ਲੋਕ ਹੌਲੀ ਹੌਲੀ ਮਰਨ ਦੇ ਕਿਨਾਰੇ ਆ ਜਾਂਦੇ ਆ। ਕਈ ਵਾਰੀ ਕੀ ਹੁੰਦਾ, ਜਿਵੇਂ ਭੋਪਾਲ ਦੇ ਵਿੱਚ ਇੱਕ ਵਾਰੀ ਗੈਸ ਲੀਕ ਹੋਈ ਸੀ ਅਤੇ ਬਹੁਤ ਸਾਰੇ ਲੋਕ ਮਾਰੇ ਗਏ ਸੀ, ਤਾਂ ਉਹ ਵੀ ਪੋਲਿਊਸ਼ਨ ਦਾ ਇੱਕ ਕਾਰਨ ਹੈਗਾ, ਵੀ ਡਿਜ਼ਾਸਟਰ ਹੈ। ਐਪੀਡੈਮਿਕਸ ਕੀ ਹੁੰਦਾ? ਬਹੁਤ ਵੱਡੀ ਬਿਮਾਰੀ ਫੈਲਣਾ, ਜਿਵੇਂ ਕਰੋਨਾ ਕਰਕੇ ਬਿਮਾਰੀ ਫੈਲੀ ਹੋਈ ਹੈ, ਇਹਨੂੰ ਐਪੀਡੈਮਿਕ ਕਹਿ ਸਕਦੇ ਆਪਾਂ। ਵਾਰ, ਲੜਾਈ, ਜਿਵੇਂ 2 ਦੇਸ਼ ਆਪਸ ਵਿੱਚ ਲੜ ਪੈਂਦੇ ਆ, ਜਿਵੇਂ 2 ਵਿਸ਼ਵ ਯੁੱਧ ਹੋਏ ਆ, ਹੁਣ ਤੱਕ ਉਹ 'ਚ ਬਹੁਤ ਸਾਰੇ ਲੋਕ, ਹਜ਼ਾਰਾਂ ਲੱਖਾਂ ਲੋਕ ਮਾਰੇ ਗਏ ਅਤੇ ਕਰੋੜਾਂ ਅਰਬਾਂ ਦਾ ਜਿਹੜਾ ਆ ਨੁਕਸਾਨ ਹੋਇਆ ਹੈ। ਇਹ ਆ 2 ਤਰ੍ਹਾਂ ਦੇ ਡਿਜ਼ਾਸਟਰ। ਅੱਗੇ ਕੁਐਸਚਨ ਆਨਸਰ ਹੈ, ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ। ਐਕਟੀਵਿਟੀ 4 ਹੈ, ਆਨਸਰ ਦਾ ਫੋਲੋਇੰਗ ਕੁਐਸਚਨ। ਵਟ ਇਜ਼ ਦਾ ਪੋਇਮ ਅਬਾਊਟ? ਪੋਇਮ ਕਾਹਦੇ ਬਾਰੇ ਆ? ਦਾ ਪੋਇਮ ਇਜ਼ ਅਬਾਊਟ ਐਨ ਅਰਥਕਵੇਕ, ਭੂਚਾਲ ਦੇ ਬਾਰੇ ਆ। ਵਟ ਹੈਪਨਡ ਐਜ਼ ਦਾ ਪੋਇਟ ਲੇ ਅਵੇਕ? ਐਜ਼ ਦਾ ਪੋਇਟ ਲੇ ਅਵੇਕ ਹਰ ਬੈਡਸ ਬਿਗਿਨ ਟੂ ਸ਼ੇਕ। ਉਹਦੇ ਜਿਹੜੇ ਬੈੱਡ ਆ, ਉਹਦੇ ਪਲੰਘ ਹਿੱਲਣ ਲੱਗ ਪਏ ਜਦੋਂ ਉਹ ਪਈ ਹੋਈ ਸੀ। ਹਾਊ ਡਿਡ ਦਾ ਪੋਇਟ ਕਮ ਟੂ ਨੋ ਅਬਾਊਟ ਦਾ ਅਰਥਕਵੇਕ? ਉਹਨੂੰ ਪੋਇਟ ਨੂੰ ਕਿਵੇਂ ਪਤਾ ਲੱਗਾ ਵੀ ਭੂਚਾਲ ਆਇਆ? ਵੈਨ ਦਾ ਪੋਇਟ ਸਾਹ ਦਾ ਫੈਨ ਟਰੈਂਬਲਿੰਗ ਸ਼ੀ ਕੇਮ ਟੂ ਨੋ ਦੈਟ ਇਟ ਵਾਜ਼ ਐਨ ਅਰਥਕਵੇਕ। ਜਦੋਂ ਕਵਿਤਰੀ ਨੇ ਦੇਖਿਆ ਕਿ ਪੱਖਾ ਕੰਬ ਰਿਹਾ ਆ, ਹਿੱਲ ਰਿਹਾ ਆ, ਤਾਂ ਉਹਨੂੰ ਪਤਾ ਲੱਗ ਗਿਆ ਵੀ ਇਹ ਭੂਚਾਲ ਆ। ਵਟ ਕਨਫਰਮ ਦਾ ਪੋਇਟਸ ਫੀਅਰ ਅਬਾਊਟ ਦਾ ਕੁਏਕ? ਕਿਸ ਚੀਜ਼ ਨੇ ਕਵਿਤਰੀ ਦੇ ਭੂਚਾਲ ਦੇ ਬਾਰੇ ਯਕੀਨ ਪੱਕਾ ਕੀਤਾ? ਟਰੈਂਬਲਿੰਗ ਫੈਨ ਕਨਫਰਮ ਦਾ ਪੋਇਟਸ ਫੀਅਰ ਅਬਾਊਟ ਦਾ ਕੁਏਕ। ਕੰਬਦੇ ਹੋਏ ਪੱਖੇ ਨੇ ਜਿਹੜਾ ਉਹਦਾ ਯਕੀਨ ਬਣਾਤਾ ਕਿ ਭੂਚਾਲ ਆਇਆ। ਵਟ ਹੈਪਨਡ ਆਫਟਰ ਦਾ ਕੁਏਕ? ਜਦੋਂ ਭੂਚਾਲ ਆ ਕੇ ਹਟ ਗਿਆ ਤਾਂ ਕੀ ਹੋਇਆ? ਸੂਚੀ ਬਣਾਓ, ਮੇਕ ਏ ਲਿਸਟ। ਦਾ ਹਾਊਸ ਕੇਮ ਕ੍ਰੈਸ਼ਿੰਗ ਡਾਊਨ।
The parks and roads were turned to rubble. People came out of their cozy homes, some of which become tombs. ਮਕਾਨ ਹੇਠਾਂ ਡਿੱਗ ਪਏ, ਪਾਰਕ ਸੜਕਾਂ ਮਲਬੇ ਵਿੱਚ ਬਦਲ ਗਈਆਂ, ਲੋਕ ਆਪਣੇ ਆਰਾਮਦਾਇਕ ਘਰਾਂ ਤੋਂ ਬਾਹਰ ਆ ਗਏ ਜਿਨ੍ਹਾਂ ਵਿੱਚੋਂ ਕੁਝ ਮਕਬਰੇ ਬਣ ਗਏ। ਯਾਨੀ ਬਹੁਤ ਸਾਰਾ ਨੁਕਸਾਨ ਹੋਇਆ, ਘਰ ਡਿੱਗ ਪਏ, ਲੋਕ ਘਰਾਂ 'ਚੋਂ ਬਾਹਰ ਆ ਗਏ, ਸੜਕਾਂ ਪਾਰਕਾਂ ਸਾਰੀਆਂ ਮਲਬੇ ਵਿੱਚ ਬਦਲ ਗਈਆਂ। Activity 5 ਹੈ ਰੀਡ ਐਂਡ ਅੰਡਰਸਟੈਂਡ, ਐਕਸਪਲੇਨ ਦਾ ਮੀਨਿੰਗ ਆਫ ਦਾ ਫੋਲੋਇੰਗ ਲਾਈਨਸ ਫਰੋਮ ਦਾ ਪੋਇਮ। ਪੋਇਮ ਦੀਆਂ 2 ਲਾਈਨਾਂ ਦਿੱਤੀਆਂ ਹੋਈਆਂ, ਉਹਨੂੰ ਤੁਸੀਂ ਐਕਸਪਲੇਨ ਕਰਨਾ ਹੈ। ਕਿਸਿੰਗ ਐਂਡ ਟਾਕਿੰਗ ਟੂ ਦਾ ਗਰਾਊਂਡ। ਡਿਊ ਟੂ ਅਰਥਕਵੇਕ ਮੈਨੀ ਹਾਊਸਿਸ ਫੈਲ ਡਾਊਨ ਟੂ ਦਾ ਗਰਾਊਂਡ। ਜਿਹੜੇ ਘਰ ਬਹੁਤ ਉੱਚੇ ਉੱਚੇ ਬਣੇ ਹੋਏ ਸੀਗੇ ਭੂਚਾਲ ਦੇ ਨਾਲ ਡਿੱਗ ਪਏ ਅਤੇ ਉਹ ਜ਼ਮੀਨ 'ਤੇ ਡਿੱਗ ਪਏ, ਇਸ ਕਰਕੇ ਕਿਸਿੰਗ ਐਂਡ ਟਾਕਿੰਗ ਮਤਲਬ ਜ਼ਮੀਨ ਨਾਲ ਗੱਲਾਂ ਕਰਨ ਲੱਗ ਪਏ। Some of which have now become tombs. Due to earthquake, some people were crushed to death under the rubble of their homes. Thus, in this way, the homes become people's tomb. ਕੀ ਹੋਇਆ ਵੀ ਬਹੁਤ ਸਾਰੇ ਲੋਕ ਘਰਾਂ ਦੇ ਅੰਦਰ ਸੀ, ਉਹਨਾਂ ਨੂੰ ਭੂਚਾਲ ਦਾ ਪਤਾ ਨਹੀਂ ਲੱਗਾ, ਘਰ ਵੀ ਡਿੱਗ ਪਏ, ਉਹ ਵਿੱਚੇ ਦੱਬੇ ਗਏ, ਤਾਂ ਉਹ ਉਹਨਾਂ ਦੇ ਮਕਬਰੇ ਬਣ ਗਏ। ਠੀਕ ਹੈ, ਇਹ ਸੀ ਇਹਨਾਂ ਲਾਈਨਸ ਦੇ ਮੀਨਿੰਗ। Activity 6 ਹੈ choose suitable preposition from the box to fill the given blanks. ਆ ਕੁਛ ਬਲੈਂਕਸ ਦਿੱਤੇ ਹੋਏ ਪ੍ਰੈਪੋਜੀਸ਼ਨਸ ਦਿੱਤੇ ਹੋਏ। ਪ੍ਰੈਪੋਜੀਸ਼ਨ ਜਿਹੜੀ ਹੁੰਦੀ ਹੈ ਗ੍ਰਾਮਰ ਦੇ ਵਿੱਚ ਯੂਜ਼ ਹੁੰਦੀ ਹੈ, ਜਿਹੜੀਆਂ 2 ਨਾਊਨਸ ਨੂੰ ਜਾਂ ਸੈਂਟੈਂਸ ਦੇ ਕੁਛ ਇੱਕ ਫਰੇਜ਼ ਨੂੰ ਦੂਜੇ ਫਰੇਜ਼ ਦੇ ਨਾਲ ਉਹਦਾ ਕੰਸਰਨ ਸੰਬੰਧ ਦਿਖਾਉਂਦੀਆਂ। ਫਾਰ, ਟੂ, ਔਨ, ਐਟ, ਇਨਟੂ, ਵਿਦ, ਬਿਹਾਈਂਡ, ਬਾਏ, ਫਰੋਮ, ਇਨ। ਠੀਕ ਹੈ, ਦਾ ਫਸਟ ਵਨ ਇਜ਼ ਡਨ ਫਾਰ ਯੂ। ਇੱਕ ਉਹਨਾਂ ਉਦਾਹਰਨ ਕੀਤੀ ਹੈ, ਦੇਰ ਆਰ ਟਰੀਜ਼ ਇਨ ਫਰੰਟ ਆਫ ਆਵਰ ਹਾਊਸ। ਇਨ ਪ੍ਰੈਪੋਜੀਸ਼ਨ ਹੈ। ਲੁੱਕ, ਹੁਣ ਦੇਖੋ ਆਪਾਂ ਕੀ ਲਾਉਣਾ, ਲੁੱਕ ਦੇ ਨਾਲ ਹਮੇਸ਼ਾ ਬੱਚੇ ਯਾਦ ਰੱਖੋ ਕਾਫੀ ਵਾਰ ਐਟ ਲੱਗਦਾ ਹੈ, ਤਾਂ ਆਪਾਂ ਇੱਥੇ ਐਟ ਲਾਵਾਂਗੇ। ਲੁੱਕ ਐਟ ਦਾ ਬਲੈਕ ਬੋਰਡ। ਕੀਪ ਦਾ ਬੈਗਸ, ਹੁਣ ਬੈਗ ਨੂੰ ਆਪਾਂ ਉੱਪਰ ਵੀ ਲਿਖ ਸਕਦੇ ਹਾਂ, ਔਨ ਦਾ ਟੇਬਲ ਵੀ ਰੱਖ ਸਕਦੇ ਹਾਂ, ਬਿਹਾਈਂਡ ਦਾ ਟੇਬਲ ਵੀ ਰੱਖ ਸਕਦੇ ਹਾਂ, ਤਾਂ ਇੱਥੇ ਆਪਾਂ ਥਰਡ ਦੇ ਵਿੱਚ ਬਿਹਾਈਂਡ ਲਾਵਾਂਗੇ। ਬਿਹਾਈਂਡ ਮਤਲਬ ਪਿੱਛੇ। ਕੀਪ ਦਾ ਬੈਗਸ ਬਿਹਾਈਂਡ ਦਾ ਟੇਬਲ। ਦ ਬੋਆਏ ਇਜ਼ ਲੁਕਿੰਗ ਫਾਰ, ਲੁਕਿੰਗ ਦੇ ਨਾਲ ਲੁੱਕ ਦੇ ਨਾਲ ਦੇਖੋ ਅੱਗੇ ਐਟ ਆ ਹੀ, ਇੱਥੇ ਲੁਕਿੰਗ ਦੇ ਨਾਲ ਫਾਰ ਆਊਗਾ। ਲੁਕਿੰਗ ਫਾਰ ਐਨ ਆਨਸਰ। ਵੀ ਵੈਂਟ ਬੱਸ ਟੂ ਅੰਮ੍ਰਿਤਸਰ, ਵੀ ਵੈਂਟ ਬਾਏ ਬੱਸ ਟੂ ਅੰਮ੍ਰਿਤਸਰ, ਇੱਥੇ ਬਾਏ BY ਬਾਏ ਆਏਗਾ। ਆ ਵਿੱਚੋਂ ਆਨਸਰ ਵੀ ਦਿੱਤੇ ਆ, ਦੇਖੋ ਐਟ, ਬਿਹਾਈਂਡ, ਫਾਰ, ਬਾਏ, ਇਹ ਪਹਿਲੇ 5 ਦੇ ਹੋਏ। ਅੱਗੇ 6ਵਾਂ ਦੇਖੋ, ਹੀ ਟਰੈਵਲਡ ਵਿਦ ਮੀ ਡੈਸ਼ ਚੰਡੀਗੜ੍ਹ ਟੂ ਪਟਿਆਲਾ। 6th ਆ ਫਰੋਮ, ਹੀ ਟਰੈਵਲਡ ਵਿਦ ਮੀ ਫਰੋਮ ਚੰਡੀਗੜ੍ਹ ਟੂ ਪਟਿਆਲਾ। ਫਰੋਮ ਪ੍ਰੈਪੋਜੀਸ਼ਨ ਆਏਗੀ। ਦ ਗਰਲ ਸਟੂਡ ਡੈਸ਼ ਦਾ ਬੈਂਚ, ਔਨ ਦਾ ਬੈਂਚ। ਠੀਕ ਹੈ, ਜੇ ਅਸੀਂ ਔਨ ਉੱਥੇ ਲਾਇਆ ਹੁੰਦਾ ਪਿਛਲੇ ਸੈਂਟੈਂਸ ਦੇ ਵਿੱਚ, ਤਾਂ ਇੱਥੇ ਬਿਹਾਈਂਡ ਵੀ ਲਾ ਸਕਦੇ ਹਾਂ। ਠੀਕ ਹੈ, ਬੈਂਚ ਦੇ ਪਿਛਲੇ ਪਾਸੇ ਗਰਲ ਖੜੀ ਹੈ। 8th ਆ ਲੁੱਕ ਇਨਟੂ ਦਾ ਬੈਗ ਫਾਰ ਆਵਰ ਪੇਪਰਸ, ਇੱਥੇ ਲੁੱਕ ਇਨਟੂ ਆਉਣਾ। ਲੁੱਕ ਦੇ ਨਾਲ ਐਟ ਵੀ ਆ ਗਿਆ, ਲੁਕਿੰਗ ਨਾਲ ਫਾਰ ਵੀ ਆ ਗਿਆ, ਲੁੱਕ ਦੇ ਨਾਲ ਇਨਟੂ ਵੀ ਆ ਗਿਆ। 9th ਗੋ ਡੈਸ਼ ਸਮੀਰ ਟੂ ਦਾ ਮਾਰਕੀਟ, ਗੋ ਵਿਦ ਸਮੀਰ, ਸਮੀਰ ਦੇ ਨਾਲ ਤੁਸੀਂ ਮਾਰਕੀਟ ਜਾਓ। 10th ਰਨ ਡੈਸ਼ ਕਾਲ ਦਾ ਮੈਨ, ਰਨ ਟੂ ਕਾਲ ਦਾ ਮੈਨ, ਕਿਸੇ ਨੂੰ ਬੁਲਾਉਣ ਦੇ ਲਈ ਦੌੜ ਕੇ ਜਾਓ। ਇਹ ਪ੍ਰੈਪੋਜੀਸ਼ਨਸ ਇੱਥੇ ਯੂਜ਼ ਹੋਈ। ਐਕਟੀਵਿਟੀ 7 ਹੈ ਯੂਜ਼ਿੰਗ ਦਾ ਵਰਡਸ ਫੋਲੋਡ ਬਾਈ ਪ੍ਰੈਪੋਜੀਸ਼ਨ ਮੇਕ ਸੈਂਟੈਂਸਿਸ ਆਫ ਯੂਰ ਓਨ। ਦਾ ਫਸਟ ਵਨ ਇਜ਼ ਡਨ ਫਾਰ ਯੂ। ਪ੍ਰੈਪੋਜੀਸ਼ਨ ਆਪ ਦਿੱਤੇ ਹੋਏ ਆ, ਅੱਗੇ ਪ੍ਰੈਪੋਜੀਸ਼ਨ ਹੋਰ ਤਰ੍ਹਾਂ ਦੇ, ਹੁਣ ਪ੍ਰੈਪੋਜੀਸ਼ਨ ਦੇ ਨਾਲ ਵੀ ਅੱਗੇ ਵਰਡ ਦਿੱਤੇ ਹੋਏ ਆ, ਜਿਵੇਂ ਇੰਟਰਫੇਅਰ ਵਿਦ, ਫਿਟ ਫਾਰ, ਮੇਕ ਫਨ ਆਫ, ਪ੍ਰੇਜ਼ ਐਟ, ਕੌਨਫੀਡੈਂਟ ਆਫ, ਸੌਰੀ ਫਾਰ, ਐਕਟਿਡ ਅਪੋਨ, ਬੈਂਟ ਔਨ, ਮਿਕਸ ਵਿਦ, ਸੁਪੀਰੀਅਰ ਵਿਦ। ਪਹਿਲਾ ਦਿੱਤਾ ਹੋਇਆ ਆਈ ਡੂ ਨਾਟ ਲੈਟ ਮਾਈ ਮਿਊਜ਼ਿਕ ਲੈਸਨਸ ਇੰਟਰਫੇਅਰ ਵਿਦ ਮਾਈ ਸਟੱਡੀਜ਼। ਇੱਥੇ ਵਿਦ ਪ੍ਰੈਪੋਜੀਸ਼ਨ ਯੂਜ਼ ਕੀਤੀ, ਇੰਟਰਫੇਅਰ ਦੇ ਨਾਲ ਵਿਦ। ਯੂ ਆਰ ਨਾਟ ਫਿਟ ਫਾਰ, ਫਿਟ ਦੇ ਨਾਲ ਫਾਰ ਲੱਗਾ। ਹਾਰਡ ਐਕਸਰਸਾਈਜ਼, ਇਹ ਕੁਛ ਵਰਡ ਹੁੰਦੇ ਜਿਹਦੇ ਨਾਲ ਮੋਸਟਲੀ ਉਹ ਪ੍ਰੈਪੋਜੀਸ਼ਨ ਹੀ ਲੱਗਦੀ। ਫਿਟ ਦੇ ਨਾਲ ਫਾਰ, ਇੰਟਰਫੇਅਰ ਦੇ ਨਾਲ ਵਿਦ, ਕੌਨਫੀਡੈਂਟ ਨਾਲ ਆਫ, ਸੌਰੀ ਦੇ ਨਾਲ ਫਾਰ। ਠੀਕ ਹੈ, ਇਹ ਚੀਜ਼ਾਂ ਯਾਦ ਰੱਖਣੀਆਂ। ਆਇਲ ਡਜ਼ਨਟ ਮਿਕਸ ਵਿਦ ਵਾਟਰ, ਮਿਕਸ ਵਿਦ ਪ੍ਰੈਪੋਜੀਸ਼ਨ ਹੈ। ਯੂ ਸ਼ੁੱਡ ਨਾਟ ਮੇਕ ਫਨ ਆਫ ਦਾ ਪੂਅਰ। ਹੀ ਪ੍ਰੇਜ਼ ਐਟ, ਪ੍ਰੇਜ਼ ਦੇ ਨਾਲ ਐਟ। ਠੀਕ ਹੈ, ਐਕਟਿਡ ਦੇ ਨਾਲ ਅਪੋਨ, ਉਹਨੂੰ ਰੈਡ ਨਹੀਂ ਕੀਤਾ ਗਿਆ। ਅਪੋਨ ਜਿਹੜਾ ਪ੍ਰੈਪੋਜੀਸ਼ਨ ਹੈ ਇੱਥੇ। 9th ਵਿੱਚ ਹੀ ਇਜ਼ ਬੈਂਟ ਔਨ ਡੂਇੰਗ ਮਿਸਚੀਵਸ, ਬੈਂਟ ਔਨ। ਮਾਈ ਵਾਚ ਇਜ਼ ਸੁਪੀਰੀਅਰ ਟੂ ਯੂਅਰਸ,
टू प्रपोजिशन इत्थे है जी। डिक्टेशन है एक्टिविटी 9, लिसन टू योर टीचर रिगार्डिंग एन अर्थक्वेक सीन एंड फिल इन द ब्लैंक्स। ब्लैंक्स जो कुछ होना आ साइड ते लिखा होया रेड कलर दे विच, द बिल्डिंग इज क्रीकिंग एंड रैटलिंग, बुक्स आर फॉलिंग फ्रॉम द बुक केस, ट्रीज आर स्विंगिंग, द बुक केस फॉल्स ऑन द फ्लोर, द विंडोज आर रैटलिंग। ये डिक्टेशन वर्ड है भी कितने की आ सकता। देयर आर नॉइजेस आउटसाइड, a car alarm sounds, dogs are barking, a baby is crying, dash are shouting, people are shouting, the shaking is making temple bells ring, there are crashing sound from bricks falling to the ground, trees outside are swaying, drop, take cover and hold on to object, stay in the drop, cover and hold on position under your decks। सो ਰੈੱਡ ਵਾਲੀਆਂ ਸਾਰੀਆਂ ਜਿਹੜੀਆਂ ਸੀ ਇਹ ਜਿਹੜੇ ਸਾਰੇ ਡਿਕਟੇਸ਼ਨ ਵਰਡ ਹੈਗੇ ਜਿਹੜੇ ਚਿੱਥੇ ਚਿੱਥੇ ਫਿੱਟ ਆਉਣੇ, ਤੁਸੀਂ ਉਸ ਹਿਸਾਬ ਨਾਲ ਉਹਨਾਂ ਨੂੰ ਕਰ ਲੈਣਾ। ਸੋ ਇਹ ਸੀ ਆਪਣੀ ਪੋਇਮ 7th ਕਲਾਸ ਦੀ ਐਨ ਅਰਥਕੁਏਕ। ਜੋ ਪੋਇਮ ਸੀ ਉਹ ਵੀ ਤੁਹਾਨੂੰ ਡਿਸਕ੍ਰਾਈਬ ਕਰਤੀ ਹੈ ਅਤੇ ਜੋ ਇਹਦੀ ਐਕਸਰਸਾਈਜ਼ ਸੀ ਉਹ ਸਾਰੀ ਕਰਤੀ। ਕੁਛ ਸਪੋਕਨ ਇੰਗਲਿਸ਼ ਦਾ ਕੰਮ ਹੈਗਾ ਆ ਉਹ ਤੁਸੀਂ ਬੱਚਿਓ ਆਪ ਕਰਨਾ, ਕਿਉਂਕਿ ਸਪੋਕਨ ਦਾ ਕੰਮ ਜਿਹੜਾ ਕੁਛ ਤੁਹਾਡੇ ਲਈ ਹੈਗਾ ਆ ਵੀ ਉਹ ਕਾਹਦੇ ਬਾਰੇ ਆ, 2 ਕੁਐਸਚਨ ਹੈਗੇ ਉਹ ਤੁਸੀਂ ਖੁਦ ਕਰਨੇ ਆ। ਧੰਨਵਾਦ।